Hello, good morning, dear students of 10th class. NTSC assignment chapter 4 structure of atom. ਅੱਜ ਅਸੀਂ ਤੁਹਾਡੇ ਨਾਲ ਜਿਹੜਾ ਹੈ ਡਿਸਕਸ ਕਰਨ ਜਾ ਰਹੇ ਹਾਂ। ਮੈਂ ਅਨੂਪ੍ਰੀਤ ਅਰੋੜਾ, ਸਾਇੰਸ ਮਿਸਟਰਸ, ਗਵਰਨਮੈਂਟ ਗਰਲਸ ਹਾਈ ਸਕੂਲ ਗਾਂਧੀਨਗਰ ਜਲੰਧਰ। ਬੇਟਾ ਜੀ ਤੁਹਾਨੂੰ ਪਤਾ NTSC ਦੀ ਆਪਾਂ ਤੁਹਾਡੀ ਤਿਆਰੀ ਕਰਾ ਰਹੇ ਹਾਂ। ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਹੈ ਕਿ ਅਸੀਂ ਸਾਰੇ ਐਸਪੈਕਟਸ ਤੁਹਾਡੇ ਨਾਲ ਕਲੀਅਰ ਕਰੀਏ। ਮੈਟਰਸ ਚੈਪਟਰ ਆਪਾਂ ਡਿਸਕਸ ਕੀਤਾ ਸੀ ਤੁਹਾਡੇ ਨਾਲ, ਉਹਦੇ ਰਿਲੇਟਡ ਹੀ ਸਟਰਕਚਰ ਆਫ ਐਟਮਸ ਨੂੰ ਹੁਣ ਮੈਂ ਡਿਸਕਸ ਕਰਨ ਜਾ ਰਹੀ ਹਾਂ ਤੁਹਾਡੇ ਨਾਲ। ਲੈਟ ਅਸ ਡਿਸਕਸ ਦ ਸਟਰਕਚਰ ਆਫ ਐਟਮ। ਇਸ ਦੇ ਲਈ ਸਭ ਤੋਂ ਪਹਿਲੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ ਕਿ ਜਿਹੜੀ ਆਪਾਂ ਕੀ ਆਪਾਂ ਪਰਮਾਣੂ ਦੇ ਕਿਹੜੇ ਤਿੰਨ ਜਿਹੜੀ ਹੈ ਉਹਦੀ ਗੱਲ ਕਰਦੇ ਹਾਂ, ਕਿੱਦਾਂ ਉਹ ਆਏ ਜਾਂ ਕਿੱਦਾਂ ਸਭ ਕੁਝ ਹੋਇਆ। ਤੋ ਲੈਟ ਅਸ ਡਿਸਕਸ ਹੋਲ ਕਿ ਕਿੱਦਾਂ ਆਪਾਂ ਸਟੈਪ ਬਾਏ ਸਟੈਪ ਵੀ ਰੀਚਡ ਹੇਅਰ ਕਿ ਆਪਾਂ ਇੱਕ ਜਿਹੜਾ ਨਿਊਕਲੀਅਸ ਜਾਂ ਐਟਮ ਨੂੰ ਜਾਂ ਅੱਜ ਡਿਸਕਸ ਕਰਦੇ ਹਾਂ ਉਹ ਸਾਡੇ ਸਾਹਮਣੇ ਹੈ। ਪਹਿਲਾ ਹੈ ਜੀ ਪਰਮਾਣੂ ਦੇ ਤਿੰਨ ਅਣ ਪਰਮਾਣੂ ਕਣ ਕਿਹੜੇ ਨੇ? ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟਰੋਨ, ਜਿਨ੍ਹਾਂ ਨੂੰ ਸਾਰਿਆਂ ਨੂੰ ਤੁਸੀਂ ਜਾਣੂ ਹੋ। ਤੇ ਤੁਹਾਨੂੰ ਪਤਾ ਜੀ ਪ੍ਰੋਟੋਨ ਅਤੇ ਨਿਊਟਰੋਨ ਕੇਂਦਰਕ ਵਿੱਚ ਮੌਜੂਦ ਹੁੰਦੇ ਹਨ, ਪਰੰਤੂ ਇਲੈਕਟ੍ਰੋਨ ਕੇਂਦਰਕ ਦੇ ਇਰਦ ਗਿਰਦ ਨਿਸ਼ਚਿਤ ਆਰਬਿਟ ਵਿੱਚ ਚੱਕਰ ਲਗਾਉਂਦੇ ਹਨ। ਠੀਕ ਹੈ ਜੀ, ਇਹ ਨਿਊਕਲੀਅਸ ਹੁੰਦਾ ਸਾਡਾ, ਜਿਹਦੇ ਵਿੱਚ ਕੀ ਹੁੰਦੇ ਨੇ ਪ੍ਰੋਟੋਨ ਤੇ ਨਿਊਟਰੋਨ, ਤੇ ਆਲੇ ਦੁਆਲੇ ਇਹਦੇ ਜਿਹਨੂੰ ਆਪਾਂ ਆਰਬਿਟ ਕਹਿੰਦੇ ਆ। ਉਹਦੇ ਵਿੱਚ ਕੀ ਰਿਵੋਲਵ ਕਰਦੇ ਨੇ? ਉਹਦੇ ਵਿੱਚ ਬੇਟਾ ਜੀ ਇਲੈਕਟ੍ਰੋਨ ਰਿਵੋਲਵ ਕਰਦੇ ਨੇ। ਕਿੱਦਾਂ ਇਸ ਇਲੈਕਟ੍ਰੋਨ ਦੀ ਡਿਸਕਵਰੀ ਕਿੰਨੇ ਕੀਤੀ, ਪ੍ਰੋਟੋਨ ਦੀ ਕਿੰਨੇ ਕੀਤੀ, ਕਿੱਥੇ ਤੱਕ ਅਸੀਂ ਪਹੁੰਚੇ? NTSC ਲਈ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਇਲੈਕਟ੍ਰੋਨ ਦਾ ਚਾਰਜ ਕਿੰਨਾ ਹੈ ਜੀ, ਇਲੈਕਟ੍ਰੋਨ ਦਾ ਪੁੰਜ ਕਿੰਨਾ, ਮਾਸ ਕਿੰਨਾ ਹੈ, ਡਿਸਕਵਰਡ ਕਿੰਨੇ ਕੀਤਾ। ਇਲੈਕਟ੍ਰੋਨ ਦਾ ਚਾਰਜ ਹੈ ਜੀ, ਜਿਹੜਾ ਇਲੈਕਟ੍ਰੋਨ ਦੇ ਚਾਰਜ ਹੈ ਤੁਹਾਨੂੰ ਪਤਾ ਹੈ ਨੈਗੇਟਿਵਲੀ ਚਾਰਜ ਹੈ, that is 1.6 into 10 ਦੀ ਰੇਜ਼ ਪਾਵਰ -19 ਕੂਲਮ। ਔਰ ਇਹਦਾ ਜਿਹੜਾ ਮਾਸ ਹੈ that is 9.109 into 10 ਦੀ ਰੇਜ਼ ਪਾਵਰ -28 ਗ੍ਰਾਮ। ਜੇ ਕਿਲੋਗ੍ਰਾਮ ਕਰਨਾ ਹੈ ਤਾਂ ਤੁਸੀਂ -25। ਔਰ ਸਭ ਤੋਂ ਇੰਪੋਰਟੈਂਟ ਹੈ ਕਿ ਜਿਹੜੀ ਖੋਜ ਕਿੰਨੇ ਕੀਤੀ ਸੀ that is J.J. ਥੋਮਸਨ। ਜੇ ਮੈਂ ਪ੍ਰੋਟੋਨ ਦੀ ਗੱਲ ਕਰਾਂ ਤਾਂ ਉਹਦਾ ਮਾਸ ਜਿਹੜਾ ਹੈ ਪੋਜ਼ਿਟਿਵ ਹੈ, that is 1.6 into 10 ਦੀ ਰੇਜ਼ ਪਾਵਰ -19 ਕੂਲਮ। ਔਰ ਇਸ ਤੋਂ ਬਾਅਦ ਆਪਾਂ ਜੇ ਕਹੀਏ ਇਹਦੀ ਇਨਵੈਂਸ਼ਨ ਕੀਤੀ ਇਹਦੀ E. ਗੋਲਡਸਟੀਨ ਨੇ ਕੀਤੀ। ਸਿਮਿਲਰਲੀ ਨਿਊਟਰੋਨ ਦੇ ਕੇਸ 'ਚ ਤੁਹਾਨੂੰ ਪਤਾ ਜੀ ਉੱਤੇ ਕੋਈ ਚਾਰਜ ਨਹੀਂ ਹੁੰਦਾ, ਨਿਊਟਰਲ ਹੁੰਦਾ, ਤੇ ਉਹਦਾ ਮਾਸ ਜਿਹੜਾ ਹੁੰਦਾ 1.67 into 10 ਦੀ ਰੇਜ਼ ਪਾਵਰ -24 ਗ੍ਰਾਮ। ਤੇ ਇਹਦੇ ਜਿਹੜੇ ਇਨਵੈਂਸ਼ਨ ਜਿਹਨੇ ਕੀਤੀ ਸੀ that is known as ਜੇਮਸ ਚੈਡਵਿਕ ਨੇ, ਜਾਂ ਜੋ ਵੀ ਤੁਸੀਂ ਤੁਹਾਨੂੰ ਕੰਫਰਟੇਬਲ ਲੱਗਦਾ ਤੁਸੀਂ ਬੋਲ ਸਕਦੇ ਹੋ। ਜੇਮਸ ਚੈਡਵਿਕ ਨੇ ਇਹਦੀ ਇਨਵੈਂਸ਼ਨ ਕੀਤੀ ਸੀ। ਸਭ ਤੋਂ ਪਹਿਲੇ ਮੈਂ ਡਿਸਕਸ ਕਰਨਾ ਚਾਹੁੰਦੀ ਹਾਂ ਤੁਹਾਡੇ ਨਾਲ ਹਾਈਡਰੋਜਨ। ਬੇਟਾ ਜੀ ਹਾਈਡਰੋਜਨ ਦਾ ਐਟੋਮਿਕ ਨੰਬਰ 1 ਹੈ। ਇਹਦਾ ਮਤਲਬ ਨੰਬਰ ਆਫ ਜਿਹੜੇ ਪ੍ਰੋਟੋਨਸ ਹੈ ਹਾਈਡਰੋਜਨ 'ਚ, ਜਾਂ ਨੰਬਰ ਆਫ ਜਿਹੜੇ ਇਲੈਕਟ੍ਰੋਨ ਹੈ ਹਾਈਡਰੋਜਨ 'ਚ, ਉਹ 1 ਹੈ। ਔਰ ਹਾਈਡਰੋਜਨ ਇਕੱਲਾ ਹੀ ਅਜਿਹਾ ਤੱਤ ਹੈ ਜਿਹਦੇ 'ਚ ਨੋ ਨਿਊਟਰੋਨ ਹੈ। ਹਾਂ, ਉਹਦੇ ਆਈਸੋਟੋਪਸ 'ਚ ਨਿਊਟਰੋਨ ਹੈ। ਆਈਸੋਟੋਪਸ ਜਿੱਦਾਂ ਕਿ ਮੈਂ ਹਾਈਡਰੋਜਨ ਦੇ ਕਹਾਂ ਆਈਸੋਟੋਪਸ ਕਿਹੜੇ ਹੈ, ਤੇ these are the isotopes of hydrogen। ਠੀਕ ਹੈ ਜੀ, ਆਈਸੋਟੋਪਸ ਆਫ ਹਾਈਡਰੋਜਨ। ਔਰ ਇਹਦੇ 'ਚ ਆਪਾਂ ਕੀ ਕਵਾਂਗੇ? ਐਟੋਮਿਕ ਨੰਬਰ ਜਿਹੜੇ ਹੈ ਤੁਹਾਡੇ ਕੀ ਹੈ ਜੀ, ਸਾਰਿਆਂ ਦਾ ਸੇਮ ਹੈ ਬਟ ਮਾਸਸ ਡਿਫਰੈਂਟ ਹੈ। ਠੀਕ ਹੈ ਨਾ ਜੀ, ਐਟੋਮਿਕ ਨੰਬਰ ਸੇਮ ਹੈ ਪਰ ਮਾਸ ਕੀ ਹੈ, ਡਿਫਰੈਂਟ ਹੈ। ਔਰ ਇਹਦਾ ਮਤਲਬ ਇਹਨਾਂ ਵਿੱਚ ਨਿਊਟਰੋਨ ਪ੍ਰੈਜ਼ੈਂਟ ਹੈ। ਪਰ ਜੇ ਮੈਂ ਇਹਦੇ ਵਿੱਚ ਗੱਲ ਕਰਾਂ ਤਾਂ ਦੇयर ਇਜ਼ 1 ਪ੍ਰੋਟੋਨ 1 ਇਲੈਕਟ੍ਰੋਨ ਬਟ ਦੇयर ਇਜ਼ ਅ ਨੋ ਨਿਊਟਰੋਨ। ਠੀਕ ਹੈ ਜੀ, ਅੱਗੇ ਜੀ ਕਿੱਦਾਂ ਪਹੁੰਚੇ ਆਪਾਂ ਇੱਥੇ? ਸਭ ਤੋਂ ਪਹਿਲੇ ਸਾਡੇ ਕੋਲ ਇੱਕ ਥਿਊਰੀ ਜਿਹੜੀ ਆਈ ਉਹ ਸੀ ਥੋਮਸਨ ਦਾ ਜਿਹੜਾ ਹੈ ਪਰਮਾਣੂ ਮਾਡਲ। ਉਹਨੇ ਕੀ ਕਿਹਾ ਬੇਟਾ ਜੀ? ਥੋਮਸਨ ਨੇ ਕਿਹਾ ਕਿ ਪਰਮਾਣੂ ਇੱਕ ਧਨ ਚਾਰਜਿਤ ਗੋਲਾ ਹੈ, ਲਾਈਕ ਦਿਸ ਇਜ਼ ਦਾ ਗੋਲਾ, ਜਿਸ ਵਿੱਚ ਰਿਣ ਚਾਰਜਿਤ ਜਿਹੜੇ ਇਲੈਕਟ੍ਰੋਨ ਹੈ ਉਹ ਖੁੱਬੇ ਹੋਏ ਨੇ, ਲਾਈਕ ਵਾਟਰਮੈਲਨ ਨਾ, ਜਿੱਦਾਂ ਆਪਾਂ ਕਹਿੰਦੇ ਛੋਟੇ ਛੋਟੇ ਕਾਲੇ ਬੀਜ ਨਾ, ਕਾਲੇ ਬੀਜ ਵਾਟਰਮੈਲਨ ਦੇ ਵਿੱਚ ਖੁੱਬੇ ਹੋਏ ਆ, ਤਾਂ ਜਿਹੜਾ ਲਾਲ ਸਾਰਾ ਹੈ ਉਹ ਇੱਕ ਪਰਮਾਣੂ ਇੱਕ ਧਨ ਚਾਰਜਿਤ ਗੋਲਾ ਹੈ। ਪਰ ਥੋਮਸਨ ਦੇ ਇਹਦੇ ਕਾਫੀ ਕੁਝ ਸੁਝਾਅ ਦਿੱਤਾ, ਪਰ ਇਹਨੂੰ ਕੋਈ ਇੰਨਾ ਵਧੀਆ ਸੁਝਾਅ ਨਹੀਂ ਮੰਨਿਆ ਗਿਆ, ਤੇ ਦੂਜੇ ਵਿਗਿਆਨੀਆਂ ਦੁਆਰਾ ਹੋਰ ਪ੍ਰਯੋਗਾਂ ਦੇ ਨਤੀਜੇ ਨਿਕਲੇ ਜਿੱਥੋਂ ਥੋੜਾ ਜਿਹਾ ਆਪਾਂ ਜਿਹਦੇ ਵੱਲ ਇੱਕ ਫਾਰਮ ਵਿੱਚ ਪਹੁੰਚੇ ਉਹ ਥੋੜਾ ਜਿਹਾ ਰਦਰਫੋਰਡ ਦਾ ਮਾਡਲ ਸੀ। ਬੇਟਾ ਜੀ ਰਦਰਫੋਰਡ ਨੇ ਇੱਕ ਬਹੁਤ ਹੀ ਵਧੀਆ ਐਕਸਪੈਰੀਮੈਂਟ ਕੀਤਾ ਜਿਹਨੂੰ ਆਪਾਂ ਕਹਿੰਦੇ ਕਿ ਰਦਰਫੋਰਡ ਦਾ ਜਿਹੜਾ ਪਰਮਾਣੂ ਮਾਡਲ। ਠੀਕ ਹੈ, ਦੈਟ ਇਜ਼ ਅਲਫਾ ਕਣ ਖਿੰਡਾਓ ਪ੍ਰਯੋਗ। ਰਦਰਫੋਰਡ ਅਲਫਾ ਕਣ ਖਿੰਡਾਓ ਪ੍ਰਯੋਗ 'ਚ ਉਹਨਾਂ ਨੇ ਕੀ ਕੀਤਾ ਜੀ? ਉਹਨਾਂ ਨੇ ਕੀ ਕੀਤਾ ਕਿ ਸੋਨੇ ਦੀ ਪਰਤ ਰਾਹੀਂ ਅਲਫਾ ਦੇ ਜਿਹੜੇ ਕਣ ਹੁੰਦੇ ਨੇ ਉਹਨਾਂ ਨੂੰ ਪ੍ਰਯੋਗ ਕਰਕੇ ਉਹਨਾਂ ਨੂੰ ਖਿੰਡਾਓ ਕੀਤਾ। ਕਿੱਦਾਂ ਜੀ? ਹੁਣ ਤੁਸੀਂ ਕਹੋਗੇ ਅਲਫਾ ਮਤਲਬ ਕਣ ਨੂੰ ਸੋਨੇ ਦੀ ਪੱਤੀ ਤੇ ਟਕਰਾਇਆ ਗਿਆ। ਇਸ ਵਿੱਚ ਬੇਸਿਕਲੀ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਅਲਫਾ ਕਣ ਹੈ ਉਹਨਾਂ ਨੂੰ ਸੋਨੇ ਦੀ ਪੱਤੀ ਤੇ
सोने की पत्ती ते जिहड़ा है वो उन्होंने की कीता जी एक बहुत वो की कहते टकराया और उहदे करके जिहड़े साडे कोल रिजल्ट आए वो इत्थे डिस्कस कीता है। उन्होंने कहा कि बहुत सारे अल्फा कण सोने की पत्ती विचों बिना मुड़े ही सीधे निकल गए। ऑब्वियस है बेटा जी, जो बिना मुड़े सीधे निकल गए तो यदा मतलब देयर इज लार्ज स्पेस एम्प्टी इनसाइड इट। इस तो ये पता चलता है कि परमाणु के अंदर जिहड़ी वधेरे भाग है वो खाली हुंदा है। बहुत घट अल्फा कण अपने मार्ग तो मुड़े, जिस तो ये पता चलता है कि परमाणु विच धन चार्जित भाग बहुत घट है। ठीक है ना, बहुत घट अपने की मार्ग तो मुड़े। बहुत घट अल्फा कण 180 डिग्री ते मुड़े हुए हैं, जिस तो पता चलता है कि पूर्ण धन चार्जित भाग ਅਤੇ पुंज परमाणु के अंदर बहुत घट आयतन विच सीमित हुंदा है। मतलब ये तीन जिहड़ियां इन्फ्रेंसिस रदरफोर्ड मॉडल तो आईयां उतों काफ़ी कुछ सानू पता लगा। उस तो पहले गल ये पता लगी कि रदरफोर्ड का परमाणु मॉडल परमाणु के केंद्र धन चार्जित हुंदा है, जिसनूं असीं नाभिक कहने आ। वट इज बेसिकली जिहड़ा आपां नाभिक कहने आ, एक परमाणु का लगभग सारा पुंज नाभिक विच हुंदा है। ठीक है ना, आपां की कहने आ कि एक जिहड़ा सेंटर दे विच जिहड़ा पार्ट हुंदा जिहनूं आपां रदरफोर्ड दा बेसिकली इत्थों आपां कहने आ कि दैट इज एक सेंटर दे विच एक पार्ट हुंदा है जिस विच सारा पुंज लगभग उहदा की हुंदा है वैरी मतलब सारा पुंज उहदा इकट्ठा होया हुंदा है। इलैक्ट्रॉन नाभिक दे आले दुआले निश्चित ऑर्बिट विच चक्कर लगांदे हन। नाभिक दा आकार परमाणु दी आकार दी तुलना विच काफ़ी घट हुंदा है न्यूक्लियस दा। ते ठीक है ना, आ ऑर्बिट आले दुआले उहदे की लांदे ने चक्कर। ये इन्फ्रेंसिस जिहड़ियां रदरफोर्ड दे मॉडल तो निकलियां। रदरफोर्ड दे परमाणु मॉडल दीयां कुछ खामियां भी सी, ड्रॉबैक्स भी, जिते करके की है कि इन्हें परमाणु की स्थिरता नूं नहीं समझाया आ सकता है कि दो द रदरफोर्ड मॉडल इज वेरी गुड बट वाई इट इज नॉट सक्सैसफुल बिकॉज इट कैन नॉट एक्सप्लेन द स्टेबिलिटी ऑफ द ਜਿਹੜਾ ਐਟਮ ਦੀ ਸਥਿਰਤਾ ਨੂੰ ਨਹੀਂ ਸਮਝਾ ਪਾਇਆ। ਠੀਕ ਹੈ ਜੀ, ਉਹਦੇ ਲਈ ਸਾਡੇ ਕੋਲ ਇੱਕ ਬਹੁਤ ਵਧੀਆ ਮਾਡਲ ਹੈ ਬੋਹਰ ਦਾ ਪਰਮਾਣੂ ਮਾਡਲ, ਵੈਰੀ ਇੰਪੋਰਟੈਂਟ ਮਾਡਲ ਔਰ ਬਹੁਤ ਹੀ ਵਧੀਆ ਜਿਹੜਾ ਜਿਨੇ ਬੋਹਰ ਨੇ ਈਚ ਐਂਡ ਐਵਰੀ ਗੱਲ ਸਾਡੀ ਕਲੀਅਰ ਕਰਤੀ। ਉਹਨੇ ਕਿਹਾ ਕਿ ਹਰੇਕ ਪਰਮਾਣੂ ਵਿੱਚ ਅਣ ਪਰਮਾਣੂ ਕਣ ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟਰੋਨ ਹੁੰਦੇ ਨੇ। प्रोटोन और न्यूट्रॉन केंद्रक विच स्थित होंदे ने। इलैक्ट्रॉन ये आप पहले भी गल कर चुके हैं कि जेडे पी ते एन है दैट इज इन यूर न्यूक्लियस, पी ते एन प्रोटोन ते न्यूक्लियस और उहदे आले दुआले जेडे इलैक्ट्रॉन्स है ऑर्बिट्स च घूमते होंदे ने। ईच शैल कैन कंटेन अ स्पैसिफिक नंबर ऑफ इलैक्ट्रॉन्स ई। हरेक शैल दे विच एक स्पैसिफिक नंबर ऑफ इलैक्ट्रॉन्स हुंदा है। वेरी वेरी इंपॉर्टेंट गल है कि निश्चित ऑर्बिट च चक्कर लगा रहे होंदे ने जिन्हां च एक इलैक्ट्रॉन जिन्हों आपां विशेष पथ कहने आ। ਜਦੋਂ ਇਲੈਕਟ੍ਰੋਨ ਇਸ ਵਿਸ਼ੇਸ਼ ਪੱਥ ਵਿੱਚ ਚੱਕਰ ਲਾਉਂਦੇ ਤਾਂ ਉਹਨਾਂ ਦੀ ਊਰਜਾ ਦਾ ਵਿਕਰਨ ਨਹੀਂ ਹੁੰਦਾ। ਹਰੇਕ ਊਰਜਾ ਪੱਧਰ ਵਿੱਚ ਇਲੈਕਟ੍ਰੋਨ ਦੀ ਸੰਖਿਆ ਨਿਸ਼ਚਿਤ ਹੁੰਦੀ ਹੈ। ਲਾਈਕ ਇਦਾਂ ਕਿ ਜੇ ਮੈਂ ਕੇ ਸ਼ੈਲ ਕਵਾਂ, ਮੈਂ ਪਹਿਲੇ ਸ਼ੈਲ ਨੂੰ ਬੇਟਾ ਜੀ ਅਸੀਂ ਨਾਮ ਦਿੰਦੇ ਆ ਕੇ, ਦੂਜੇ ਨੂੰ ਐਲ, ਤੀਜੇ ਨੂੰ ਐਮ, ਚੌਥੇ ਨੂੰ ਐਨ। ਪਹਿਲੇ 'ਚ ਨਿਸ਼ਚਿਤ ਸੰਖਿਆ ਕਿ ਪਹਿਲੇ 'ਚ 2 ਹੀ ਇਲੈਕਟ੍ਰੋਨ ਘੁੰਮਣਗੇ, ਦੂਜੇ 'ਚ ਜਦੋਂ ਐਨ 2 ਹੋ ਜਾਏਗਾ ਤੇ ਤੁਹਾਡੇ ਕਿੰਨੇ ਐਨ 2 ਤੇ ਐਮ ਸ਼ੈਲ ਲਈ ਐਨ 3 ਹੋਏਗਾ ਤੇ ਕਰਮਵਾਰ ਜੇ ਤੁਸੀਂ ਚਾਹੋ ਤੇ ਤੁਸੀਂ ਇਲੈਕਟ੍ਰੋਨ ਕੱਢ ਸਕਦੇ ਹੋ 4:2 8 यानी दूजे च 8, तीजे च भी इदा ही सो ऑन। मतलब एक हरेक जिहड़े शैल च एक निश्चित सीमा दे विच इलैक्ट्रॉन घुम्मणगे। और एक गल इत्थे होर करनी पेगी कि हरेक ऊर्जा पद्धर ऊर्जा की एक निश्चित मात्रा नाल जुड़िया होवेगा, जिस दे क्रम हेठ लिखे अनुसार होएगा कि सब तो पहले की होएगा बेटा जी कि सब तो वध ऊर्जा एन शैल की होगी, फिर एम की, फिर एल की, फिर के की। मैं तुहानूं कहा पहले खाले नूं आपां के, दूजे नूं एल, तीजे नूं एम, चौथे नूं एन कहना। ठीक है, एक ऊर्जा का पद्धर दे सारे इलैक्ट्रॉन की ऊर्जा समान हुंदी है। जदों इलैक्ट्रॉन ऊर्जा प्राप्त करते हैं तो उपरले दर्जे में चले जाते, शैल हायर शैल च चल जाते कि बाई चांस उन्हें के च एनर्जी प्राप्त की एल च चल जाएगा। जदों ऊर्जा गवा दिंदा है तो नीचे वाले पथ च आ जाता है। ठीक है, ये भी गल बहुत इंपॉर्टेंट है कि जदों इलैक्ट्रॉन एक जिहड़ा है वो लूज करता है ऊर्जा के पद्धर नूं, मतलब ऊर्जा प्राप्त करता है तो अपना पद्धर उच्चा कर लैंदा, ऊर्जा मतलब लूज करता है तो अपना पद्धर उहदा हेठा चला जाता है। दो गल्लां इत्थे आपां होर करांगे, परमाणु संख्या ते परमाणु पुंज। परमाणु संख्या जिन्हों आपां अटोमिक नंबर कहने आ ते उस तो बाद पुंज परमाणु पुंज जिन्हों आपां अटोमिक मास कहने आ। दोनों टर्म्स वेरी इंपॉर्टेंट है। अटोमिक संख्या या अटोमिक नंबर के बारे की डिस्कस करांगे कि उदासीन परमाणु विच प्रोटोन इलैक्ट्रॉन की संख्या, परमाणु संख्या। ठीक है, सिंपल आयन नहीं, एक न्यूट्रल एटम है जिहदे च आपां डिस्कस कर सकते हैं कि किन्ने नंबर ऑफ प्रोटोन्स है तो किन्ने नंबर ऑफ इलैक्ट्रॉन है। उन्होंने आपां उहदी परमाणु संख्या या अटोमिक नंबर कहने आ। मास नंबर की कहने आपां
ਅਟੋਮਿਕ ਮਾਸ ਜਾਂ ਮਾਸ ਨੰਬਰ, ਜਿਹਨੂੰ ਆਪਾਂ ਕਹਿੰਦੇ ਕਿ ਪ੍ਰੋਟੋਨਾਂ ਤੇ ਨਿਊਟਰੋਨ ਦੀ ਸੰਖਿਆ ਦਾ ਜੋੜ। ਠੀਕ ਹੈ, ਬੇਸਿਕਲੀ ਵਟ ਇਜ਼ ਮਾਸ ਨੰਬਰ, ਦੈਟ ਇਜ਼ ਨੰਬਰ ਆਫ ਇਲੈਕਟ੍ਰੋਨ ਪਲੱਸ ਨੰਬਰ ਆਫ ਨਿਊਟਰੋਨਸ। ਠੀਕ ਹੈ ਜੀ, ਤੇ ਵਟ ਇਜ਼ ਪਰਮਾਣੂ ਸੰਖਿਆ, that is equal to number of electron or number of proton। मतलब ਇਹਦਾ ਮਤਲਬ ਜੇ ਆਹ ਫਾਰਮੂਲੇ ਅਸੀਂ ਕਰ ਲਈਏ ਪਰਮਾਣੂ ਸੰਖਿਆ that is your Z है ना, ਆਪਾਂ ਅਗਰ ਉਹਨੂੰ Z ਨਾਲ ਰਿਪਰੈਜ਼ੈਂਟ ਕਰ ਲਈਏ ਤੇ it is equal to number of electrons ਕਿੰਨੇ ਹੈ equal to number of protons। ਠੀਕ ਹੈ, ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਪਰਮਾਣੂ ਪੁੰਜ ਦੀ that is A, ਠੀਕ ਹੈ, ਤਾਂ ਫਿਰ ਪ੍ਰੋਟੋਨ ਅਤੇ ਜਿਹੜਾ ਹੈ ਨਿਊਟਰਨ ਉਹਨਾਂ ਦੀ ਸੰਖਿਆ ਦਾ ਜੋੜ। ਠੀਕ ਹੈ, और अगर तुहानू बाई चांस कुछ भी दिता, तुहानू ये कह दिता प्रोटोन दिता, अटोमिक मास दिता, तो तुसी नंबर ऑफ न्यूट्रॉन्स कढ सकते हो। जे तुहानू अटोमिक संख्या दिती है, तुसी नंबर ऑफ इलैक्ट्रॉन्स ते नंबर ऑफ प्रोटोन्स कढ सकते हो। सब तो पहले इत्थे गल करांगी इलैक्ट्रॉनिक बॉन्ड तरतीब दी बेटा जी, वेरी इंपॉर्टेंट थिंग। और इहदा इन्हां ने आपां जिहड़ा कोड तुहानू इत्थे याद करन लई दिता जी, वो की दिता जी, वैसे तो मैं मतलब देनी है हैलन, ਆਪਾਂ याद करते हैं दूजा, ये तो दिता दूसरा जिदा तुसी 20 एलिमेंट्स याद कर सको। हाय हैलो लिटल ब्यूटीफुल बर्ड कुड नॉट ओवरफ्लाई नीटली, इन्ने दा इन्ना ही। मैंगो अल्ला, इट इज़ अप टू 20, तुसी सारे याद कर सकते हो, कोड वेरी इंपॉर्टेंट। ठीक है जी, मैंगो अल्ला से पैसा सोना, कोला और काजू कतली, मतलब तुसी 20 तक ये याद कर सकते हो। इत्थे प्लस तुहानू मैं एक गल होर समझाना चाहनी हाँ। देखो जी, पहला हुंदा जी हाइड्रोजन, दूजा हुंदा हीलियम, तीजा लिथियम, चौथा बरिलियम, बोरॉन, कार्बन, नाइट्रोजन, ऑक्सीजन, फ्लोरीन, नियोन। नियोन इज NEON। दिस इज सोडियम, मैग्नीशियम, अलमीनियम, सिलिकॉन एंड सो ऑन। बेटा जी सब तो पहले तो तुहानू इन्हां दे एटॉमिक नंबर थोड़ा जिहा मैं नीचे कर देनी ग्राफ सो दैट इट कैन बी विजिबल टू यू। एटॉमिक नंबर याद करने, पहले 10 की डिस्कशन कर लेंगे जी। पहले 10 की डिस्कशन करन लगे हैं तो देखो जी, पहले 10 च आपां की डिस्कशन करनी है कि पहला हाइड्रोजन, दूजा हीलियम, तीजा लिथियम, चौथा बरिलियम, पंजवां बोरोन। याद कर लो बेटा इदा, हाय हैलो लिटल ब्यूटीफुल बर्ड कुड नॉट ओवरफ्लाई नीटली, दैट इज NA मैंगो अल्ला। ठीक है, 1 2 3 4 5 6 7 8 9 10 11 12 13। मास नंबर, ठीक है जी, मास नंबर भी 1 4 7 9 11 12 14 16 19 20 23 24 27। हुण देखो जी, जो दा एटॉमिक नंबर होएगा 1, ਉਹੀ ਉਹਦੇ ਨੰਬਰ ਆਫ ਪ੍ਰੋਟੋਨਸ ਹੋਣਗੇ, ਉਹੀ ਉਹਦੇ ਨੰਬਰ ਆਫ ਇਲੈਕਟ੍ਰੋਨਸ ਹੋਣਗੇ। ਨਿਊਟਰਲ ਵਿੱਚ ਕੁਝ ਨਹੀਂ ਹੈਗਾ, ਹਨਾ। ਕੇ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਆਣਗੇ? 1, ਤੇ ਉਹਦੀ ਵੈਲੈਂਸੀ ਕਿੰਨੀ ਹੋਈ? 1। ਠੀਕ ਹੈ ਜੀ, ਹੁਣ ਦੇਖੋ ਹੀਲੀਅਮ ਦਾ ਕੇਸ ਕੀ ਹੈ। ਹੀਲੀਅਮ ਦਾ ਐਟੋਮਿਕ ਨੰਬਰ 2 ਹੈ, ਮਾਸ ਨੰਬਰ 4 ਹੈ, ਤੇ ਨੰਬਰ ਆਫ ਪ੍ਰੋਟੋਨਸ ਵੀ ਇਕੁਅਲ ਟੂ ਯੂਅਰ ਐਟੋਮਿਕ ਨੰबर 2। ਇਹ ਵੀ 2 ਹੋ ਗਏ ਜੀ, ਇਹ ਵੀ 2 ਹੋ ਗਏ। ਨੰਬਰ ਆਫ ਨਿਊਟਰॉन्स ਵੀ 2 ਹੈ। ਠੀਕ ਹੈ ਜੀ, ਕਿਉਂਕਿ ਦੇਖੋ ਨੰਬਰ ਆਫ ਪ੍ਰੋਟੋਨਸ ਪਲੱਸ ਨੰਬਰ ਆਫ ਨਿਊਟਰॉन्स ਕੀ ਆਣਾ ਚਾਹੀਦਾ? ਮਾਸ ਨੰਬਰ। ਠੀਕ ਹੈ, ਜਿਹਨੂੰ ਆਪਾਂ ਐਟੋਮਿਕ ਮਾਸ ਕਹਿ ਦਿੰਦੇ ਹਾਂ। ਹੁਣ ਇਹਦੀ ਵੈਲੈਂਸੀ 0 ਕਿਉਂ ਹੋਈ? ਜੇ ਬੇਟਾ ਮੈਂ ਤੁਹਾਨੂੰ ਇੱਥੇ ਗੱਲ ਕਰਾਵਾਂ ਤੇ ਮੈਂ ਇੱਥੇ ਕਿਹਾ ਸੀ 2 = n²। n ਕੀ ਸੀ? k। ਇੱਥੇ n k ਹੈ, ਪਹਿਲਾ ਸ਼ੈਲ ਹੈ, ਹਨਾ। ਤੇ ਅਗਰ ਆਪਾਂ 1 ਫਿਲ ਕਰ ਦਈਏ ਤੇ ਕਿੰਨੇ ਇਲੈਕਟ੍ਰੋਨ ਹੋਣਗੇ? 2। ਤੇ ਇਹਦੇ ਕੋਲ ਕਿੰਨੇ ਨੇ? 2 ਹੀ ਹੈ। ਇਹਦਾ ਮਤਲਬ ਇਹਦੀ ਵੈਲੈਂਸੀ ਕੀ ਹੋਈ? 2 - 2 दैट इज 0। ठीक है जी, ऐदा ही लिथियम लाओ, ਇਹਦਾ ਐਟੋਮਿਕ ਨੰਬਰ ਕਿੰਨਾ? 3। ਇਹਦਾ ਮਾਸ ਨੰਬਰ ਕਿੰਨਾ? 7। ਇਹਦਾ ਮਤਲਬ ਇਹਦੇ ਨੰਬਰ ਆਫ ਪ੍ਰੋਟੋਨਸ ਕੀ ਹੋਣਗੇ? 3। ਨੰਬਰ ਆਫ ਇਲੈਕਟ੍ਰੋਨਸ ਵੀ 3 ਹੋਣਗੇ, ਪਰ ਇਹਦੇ ਨਿਊਟਰॉन्स ਕਿੰਨੇ ਹੋਣਗੇ? 7 - 3। ਠੀਕ ਹੈ ਜੀ, 7 - 3 ਕਿੰਨੇ ਹੋ ਗਏ? 4। ਹੁਣ ਇਹਦੇ ਪਹਿਲੇ ਸ਼ੈਲ 'ਚ 2 ਇਲੈਕਟ੍ਰੋਨ ਆ ਗਏ, ਦੂਜੇ 'ਚ ਕਿੰਨੇ ਆ ਗਿਆ? 1। ਕਿਉਂ? ਕਿਉਂਕਿ ਇਹਦੇ 'ਚ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਨੇ? 3। ਇਹਦਾ ਮਤਲਬ ਇਹਦੀ ਵੈਲੈਂਸੀ ਕਿੰਨੀ ਹੋਗੀ? 1। ਕਿਉਂਕਿ ਦੂਜੇ ਸ਼ੈਲ 'ਚ ਵੀ ਕਿੰਨੇ ਇਲੈਕਟ੍ਰੋਨ ਹੋਣੇ ਚਾਹੀਦੇ ਆ ਤੁਹਾਡੇ? K 2। ਇਹਦੀ ਵੈਲੈਂਸੀ ਕਿੰਨੀ ਹੋਗੀ? ਮਤਲਬ 1। ਇਹਦੀ ਵੈਲੈਂਸੀ ਕਿੰਨੀ ਹੋਗੀ? 1। दैट इज 2 and 1। ठीक है, सिमिलरली बरिलियम, ਇਹਦੇ 2 ਤੇ 2 ਇਲੈਕਟ੍ਰੋਨ ਹੈ, 2 ਤੇ 2 ਇਲੈਕਟ੍ਰੋਨ ਹੈ, ਤੇ ਇਹਦੇ ਵੀ ਇਹਦਾ ਮਤਲਬ ਇਹਦੀ ਵੈਲੈਂਸੀ 2 ਹੋ ਗਈ, ਇਹਦੀ ਵੈਲੈਂਸੀ ਵੀ 3 ਹੋ ਗਈ, ਇਹਦੀ ਵੈਲੈਂਸੀ ਵੀ 4 ਹੋ ਗਈ। ਹੁਣ ਇਹਦੀ ਵੈਲੈਂਸੀ 3 ਕਿੱਦਾਂ ਹੋਈ? ਠੀਕ ਹੈ, ਇਹਦੀ ਵੈਲੈਂਸੀ ਕਿੱਦਾਂ ਹੋਈ ਬੇਟਾ ਜੀ? ਜੇ ਮੈਂ 2 - 2 ਸਕੁਅਰ ਕਰਾਂ ਤੇ ਇਹ ਕੀ ਹੁੰਦਾ ਜੀ? 4 × 2 दैट इज 8। ਨੰਬਰ ਆਫ ਇਲੈਕਟ੍ਰੋਨਸ ਕਿੰਨੇ ਹੋਣੇ ਚਾਹੀਦੇ ਸੀ? 8, ਬਟ ਇਹ ਹੈ ਕਿੰਨੇ? 5। up to 4 we can say valency is 4, पर 5 तो ਆਪਾਂ valency ਕਿੰਨਾ ਕੱਢਦੇ ਆ? 8 - 3। ठीक है, 8 - 5 that is your 3। similarly 8 - 6 valency is 2, 8 - 7 valency is 1 and 8 - 8 valency is 0। ਇਹਦਾ ਮਤਲਬ ਨਿਓਨ ਦੀ ਵੈਲੈਂਸੀ 0 ਹੈ, ਇਸ ਲਈ ਨਿਓਨ ਨੂੰ ਆਪਾਂ ਨੋਬਲ ਜਿਹੜਾ ਗੈਸ ਆ ਉਹ ਵੀ ਕਹਿ ਦਿੰਦੇ ਆ ਕਿ ਨਿਓਨ ਜਿਹੜਾ ਨਿਓਨ ਹੈ दैट इज स्टेबल। और इनू आप ਇਹਦੀ ਵੈਲੈਂਸੀ ਕੀ ਹੈ? 0 है। ਇਹਦਾ ਜਿਹੜਾ ਨੰਬਰ ਆਫ ਇਲੈਕਟ੍ਰॉन्स 10 है, ਜਿਹੜਾ ਦਾ ਮਾਸ ਨੰਬਰ 20 है और ਇਹ स्टेबल है। ठीक है जी, ਇਹਦਾ मतलब इफ यू वांट कि ਜਿਹੜਾ ਐਟਮ स्टेबल है ਉਹਦੀ ਜਿਹੜੀ ਵੈਲੈਂਸੀ है दैट मस्ट बी 0।
ठीक है। इदा ही अगले 20 अगर मैं तुहाडे नाल डिस्कस करा तो वह भी उन्होंने तुहानू कैल्शियम तक बहुत अच्छा वह कोड दिता, नीटली सॉरी एने ना मैंगो अल्लाह से पैसा सोना कोला और काजू कतली, ठीक है जी। और यदा भी तुम इदा ही वैलेंसी कढ़ सकते हो। सोडियम इज 281 282 इत्थे तक तुहाडी वैलेंसी 4 आ गई। 4 तो बाद तुसीं वैलेंसी किद्दां कट्टी 8 - 5 दैट इज 3, ठीक है। 8 - 6 दैट इज 2, 8 - 7 दैट इज 1 एंड 8 - 8, ठीक है। इत्थे फिर डिपेंड करता है कि उहदी पोटाशियम की वैलेंसी कितनी आएगी या फिर तुहाडी इहदी कैल्शियम की वैलेंसी कितनी आएगी, क्योंकि अगले शैल च इलैक्ट्रॉन चला गया। सो डियर स्टूडेंट्स मेरी गल सुनो, ये जिहड़ी गल है तुहानू बहुत इंपॉर्टेंट है और ये चार्ट फॉर NTSC तुहानू हर हाल च करना पेगा। जे तुसीं 9वीं च भी नहीं कीता तो प्लीज़ डू इट बिकॉज वेरी इंपॉर्टेंट। न्यूमेरिकल्स आएंगे, न्यूमेरिकल्स किद्दां आएंगे कि नंबर ऑफ यू कैन से नंबर ऑफ न्यूट्रॉन्स, मैं कोई तुहानू एक एग्जांपल दे दिंदी हां, जिद्दां नंबर ऑफ यू कैन से एटॉमिक नंबर ऑफ मैग्नीशियम इज 12, एटॉमिक नंबर ऑफ मैग्नीशियम इज 12, ठीक है। तो वट इज द नंबर ऑफ इलैक्ट्रॉन्स एंड प्रोटॉन्स इन इट, तो तुसीं सिंपल कह सकते हो कि 12 इलैक्ट्रॉन होंगे 12 प्रोटॉन होंगे। इफ atomic weight of this mass number of this magnesium is 24, what is the number of neutrons in it, इदां दे numerical आएंगे। फिर तुसी की करोगे 24 - 12 and which is equal to number of neutrons, ठीक है। तो ये गल्लां तुहानू याद करनियां पैणगियां, ठीक है ना जी। और संयोजकता अगे गल करांगी वैलेंसी दी, तो मैं तुहाडे नाल गल कर चुकी हाँ कि बाहरी शैल विच मौजूद इलैक्ट्रॉन की संख्या नूं आपां बेसिकली वैलेंसी कहने आ। 4 तक मैं तुहानू क्या सिद्धी कर लैंदे आ। फिर आपां की अधाता की संयोजकता किद्दां कढदे आ, 8 - बाहरी शैल विच मौजूद है, मैं तुहानू दस चुकी हाँ। 8 - 5 तो उहदी वैलेंसी 3 है, 8 - 4 तो उहदी वैलेंसी सॉरी 8 - 6 तो उहदी वैलेंसी 2 है, 8 - 7 तो उहदी वैलेंसी 1 है, तो 8 - 8 तो उहदी वैलेंसी 0 है, ठीक है जी। अगे गल करांगे समस्थानक की, जिन्होंने आप आइसोटोप्स कहने आ, वो तत्त जिन्हां दी परमाणु संख्या जिहड़ा है वो समान है पर पुंज संख्या वक्री है, जिद्दां कि क्लोरीन, हाइड्रोजन, कार्बन, समस्थानिक, दीज ऑल आर द आइसोटोप्स। ये की ने आइसोटोप्स, ठीक है जी। समस्थानक, ठीक है, वो तत्त जिन्हां दी परमाणु संख्या समान है पर पुंज संख्या वख-वख हुंदी है। क्लोरीन दैट इज Cl35 17 37 1 है ना 2, इन्हां दे की है जी मास नंबर डिफरेंट है तो इन्हां दे एटॉमिक नंबर सेम है। सिमिलरली कार्बन की भी यही, ऑक्सीजन की भी यही है। हुण इन्हां दी आपां यूज़ कित्थे करदे हां, जिहड़ा है ना आपां समस्थानक आइसोटोप्स दा आपां यूज़ कित्थे करदे हां। यूरेनियम एक समस्थानक की वरतों परमाणु भट्ठी विच बालन के रूप में की जाती है। कैंसर के इलाज लिए सानू कोबाल्ट का जिहड़ा समस्थानक है उसकी बहुत वरतों होंदी है। थायरॉयड रोग के इलाज में आयोडीन के समस्थानक की वरतों होंदी है। मतलब इन्हां दे आइसोटोप्स की काफ़ी यूज़ होंदा है, यूरेनियम का भी, दिस इज कोबाल्ट का भी, थायरॉयड का भी। अच्छा जी, अगे गल करांगे समभारिक की, जिन्हों आपां जे आपां मतलब इंग्लिश कहीए तो उन्होंने कहने आइसोबार्स। की कहने जी आइसोबार्स। आइसोबार्स की है, वो परमाणु हैं जिन्हां दी पुंज संख्या बराबर है पर परमाणु संख्या वक्री होंदी है। जिद्दां मैं आर्गन की अगर कहां तो इहदा एटॉमिक दैट इज मास नंबर जिहड़ा है वो सेम है पर जिहड़ा एटॉमिक नंबर है वो डिफरेंट है, दैट इज 18 ते 20। सो तुहानू डिफरेंस आना चाहिए आइसोटोप्स ते आइसोबार्स च। बेटा जी जो ऑप्शनस आउणगियां ना तो उहदे च भी आ सकता है कि आइसोटोप्स की ने, आइसोटॉप बार्स की ने, मतलब क्लोरीन 35 17 की है, क्लोरीन 37 17 की है। तो ये सारिया चीज़ां जिहड़ियां हैं तुहानू वो देखनियां पैणगियां, वेरी इंपॉर्टेंट, ठीक है जी। और इन्हां नू तुसीं करके ही जिहड़ा है मतलब NTSC का जिहड़ा एग्जाम है उन्होंने सफल बना सकते हो। चार्ज याद करो, पुंज। बाकी इस लैसन के MCQs आप कल डिस्कस करांगे ना तो उहदे नाल तुहानू काफ़ी क्लैरिफाई हो जाएगा। अगेन वंस मैं अनुप्रीत अरोड़ा, मेरी पूरी कोशिश है कि तुहानू ये जिहड़ा NTSC का एग्जाम है एटलीस्ट जिहड़ा केमिस्ट्री का पोर्शन के 12-13 क्वेश्चन आने हैं, एक बार जो पेपर तुहाडे सामने आए तो तुहानू ये ना लगे कि असीं इनू किसी भी टॉपिक नू छड्डिया है। टिल दैन गुड बाय, मिलते हैं अगले लैक्चर च।